डंडौत बंदन अनेक बार, सर्व कला समरथ। डोलन ते राखो प्रभु, नानक दे कर हथ। तेरे कवन कवन गुण कह गावा, तू सायब गुणी निधाना। तुमरी महिमा बरन न साखो, तू ठाकुर ऊच भगवाना। पंज प्याले पंज पीर, छठम पीर बैठा कुरबारी। अर्जन काया पलट कै, मूरत हर गोबिंद सवारी। दल भंजन गुर सूरमा, बड़ जोधा बहु पर उपकारी। वाहिगुरु साहिब जियो। सलोक महला पहला। जे मोहा का घर मोह, घर मोह पितरी दे। अगे वस्त सियाणिए, पितरी चोर करे। जे मोहा का घर मुँह, घर मोह पितरी दे। अगे वस्त सियाणिए, पितरी चोर करे। वडिये हथ दलाल के, मुस्फी ए करे। नानक अगे सो मिले, जे खट्टे काले दे। महला पहला। ज्यों जो रू सिर नावणी, आवे वारो वार। झूठे झूठा मुख वसै, नित नित होए ख्वार। सूचे ए ना आखिए, बहन जे पिंडा धोए। सूचे सही नानका, जिन मन वसया सोए। पौड़ी। तुरे पलाणे पवन वेग, हर रंगी हरम सवारिया। कोठे मंडप माड़ियाँ, लाए बैठे कर पासारिया। चीज करन मन भाव दे, हर बुझन नाई हारिया। कर फरमाय सिखाया, वेख महलत मरण विसारिया। जर आई जो बन हारिया, जर आई जो बन हारिया। वाहिगुरु जी का खालसा, वाहिगुरु जी की फतेह। जुगो जुग अटल, बाणी दे बोहित। धन धन सतगुरु श्री गुरु ग्रंथ साहिब महाराज जी की पावन हजूरी विच सुभाएमान गुरु की साध संगत। सतगुरां दा कोटान कोट शुकराना है, जिन्हां ने बख्शिश करके अपने चरणों विच बैठण दा ये अवसर सानू दिता है। आओ सारे ही गुरचरनां नाल चित नूं जोड़िए, अपनियां मनोबिरतियां नूं एकागर करिए। सारे प्रेम नाल आखो सतनाम श्री वाहिगुरु। जिवें आप सारे ही जानते हो, 18 तरीक नूं 6वें पातशाह धन धन सतगुरु श्री गुरु हरगोबिंद साहिब महाराज जी का पावन प्रकाश पुरब सी, जो आपां अज मना रहे हाँ। सतगुरां दे जीवन दे संबंधित कुछ संखेप जिहियां विचारां आप नाल साझियां करनियां ने। पर उस तो पहला जो श्री आशा जी की वार दी लड़ीवार विचार चल रही है, उसकी विचार करके फिर आपां सतगुरां दे जीवन दे बारे कुछ विचारां करांगे। पिछले समय तक 16वीं पौड़ी तक दी विचार संपूर्ण हुई सी। अज हुणे जो पाठ आपने श्रवण किया है,
17ਵੀਂ ਪੌੜੀ ਦਾ ਅਤੇ ਉਸ ਤੋਂ ਪਹਿਲਾਂ ਜਿਹੜੇ 2 ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ। 16ਵੀਂ ਪੌੜੀ ਵਿੱਚ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਦੱਸਿਆ ਸੀ कि वो अकाल पुरख कितना महान है, कितना दयालु है, ਜਿਹੜਾ कि सृष्टि के सारे ही जीवां नूं रिजक दे रहा है। सारे ही जीव उस दे ध्यान विच ने, उस दे चित्त विच ने, उस दे चेते विच ने। आप ही करम कमाउंदा है, आप ही वडियाइयां देउंदा है, सारियां नूं आप ही उसने धंधे विच लाया होया है। ਭਾਵੇਂ ਕੋਈ ਉਸ ਨੂੰ ਯਾਦ ਕਰੇ ਨਾ ਕਰੇ, ਪਰ ਉਹ ਦਾਤਾਂ ਸਾਰਿਆਂ ਨੂੰ ਹੀ ਦਿੰਦਾ ਹੈ। ਪਰ ਜੇ ਕਿਸੇ ਉੱਤੇ ਉਸ ਦੀ ਨਜ਼ਰ ਉਲਟੀ ਹੋ ਜਾਏ ਤੇ ਫਿਰ ਉਹ ਸੁਲਤਾਨਾਂ ਨੂੰ ਵੀ ਘਾਈ ਬਣਾ ਦਿੰਦਾ ਹੈ। ਇਹ ਹਾਲਤ ਵੀ ਕਰ ਦਿੰਦਾ ਹੈ ਮਨੁੱਖ ਦੀ ਜਿਹੜਾ ਇੱਕ ਵੇਲੇ ਰਾਜਾ ਸੀ, ਉਸ ਨੂੰ ਫਿਰ ਕਿਸੇ ਦੇ ਦਰ 'ਤੇ ਗਿਆ ਭਿੱਖਿਆ ਵੀ ਪ੍ਰਾਪਤ ਨਹੀਂ ਹੁੰਦੀ। ਦਰ ਮੰਗਣ ਭਿੱਖ ਨਾ ਪਾਏਂਦਾ। ਇਹ ਉਸ ਅਕਾਲ ਪੁਰਖ ਦੀ ਮਹਾਨਤਾ ਹੈ। ਕਿਤਨਾ ਵੱਡਾ ਹੈ ਮੇਰਾ ਅਕਾਲ ਪੁਰਖ। ਸਤਿਗੁਰਾਂ ਨੇ ਪਿਛਲੇ ਸ਼ਲੋਕਾਂ ਦੇ ਵਿੱਚ ਜਿਹੜੇ ਵਿਚਾਰ ਲਏ ਸਨ, ਉਹਨਾਂ ਵੀ ਸਾਨੂੰ ਇਹ ਵੀ ਦੱਸਿਆ ਸੀ ਕਿ ਲੋਕੀ ਜਿਹੜੇ ਧਰਮ ਦੇ ਨਾਂ ਦੇ ਉੱਤੇ ਪਖੰਡ ਕਰਦੇ ਨੇ, ਵਿਖਾਵਾ ਕਰਦੇ ਨੇ, ਜਾਂ ਸਮੇਂ ਅਨੁਸਾਰ ਲੋਕਾਂ ਦੇ ਵਿੱਚ ਜਿਹੜੀਆਂ ਧਰਮ ਦੇ ਵਾਸਤੇ ਕੁਰੀਤੀਆਂ ਕਹਿ ਲਓ, ਭਰਮ ਕਹਿ ਲਓ, ਅੰਧ ਵਿਸ਼ਵਾਸ ਕਹਿ ਲਓ, ਲੋਕਾਂ ਦੇ ਘਰਾਂ ਵਿੱਚ ਜਿਹੜੇ ਵੜ ਕੇ ਬੈਠੇ ਨੇ, ਮਨਾਂ ਵਿੱਚ ਜਿਨ੍ਹਾਂ ਨੇ ਥਾਂ ਬਣਾਈ ਹੋਈ ਹੈ, ਉਹਨਾਂ ਨੇ ਲੋਕਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਧਰਮ ਦੇ ਨਾਂ 'ਤੇ ਬੜਾ ਕੁਝ ਅਡੰਬਰ ਹੋ ਰਿਹਾ ਹੈ। ਕੁਝ ਲੋਕ ਵਿਖਾਵਾ ਕਰਦੇ ਨੇ ਪਵਿੱਤਰਤਾ ਦਾ ਕਿ ਅਸੀਂ ਬਹੁਤ ਪਵਿੱਤਰ ਹਾਂ, ਇਸ਼ਨਾਨ ਕਰਕੇ ਅਸੀਂ ਚੌਕਾ ਪੂਜ ਕੇ, ਚੌਕੇ ਨੂੰ ਪੂਜ ਲੇਪ ਨਾਲ ਪੋਤ ਕੇ ਪਵਿੱਤਰ ਕਰਦੇ ਹਾਂ ਅਤੇ ਫਿਰ ਅਸੀਂ ਭੋਜਨ ਤਿਆਰ ਕਰਦੇ ਹਾਂ, ਫਿਰ ਭੋਜਨ ਛਕਦੇ ਹਾਂ। ਅਤੇ ਮਹਾਰਾਜ ਨੇ ਕਿਹਾ ਸੀਗਾ ਜੀ, ਜੇ ਤੁਹਾਡਾ ਮਨ ਹੀ ਅਪਵਿੱਤਰ ਹੈਗਾ, ਫਿਰ ਤੁਹਾਡਾ ਕਿਵੇਂ ਚੌਕਾ ਪਵਿੱਤਰ ਹੋ ਸਕਦਾ ਹੈ। ਇਸੇ ਵਿਚਾਰ ਨੂੰ ਅੱਜ ਮਹਾਰਾਜ ਨੇ ਅੱਗੇ ਲਿਆ ਹੈ। ਪਰ ਪਹਿਲੇ ਸ਼ਲੋਕ ਦੇ ਵਿੱਚ ਮਹਾਰਾਜ ਨੇ ਇੱਕ ਹੋਰ ਜਿਹੜਾ ਭਰਮ ਹੈ ਲੋਕਾਂ ਦੇ ਮਨ ਦੇ ਵਿੱਚ, ਉਸ ਨੂੰ ਦੂਰ ਕੀਤਾ ਹੈ। ਇਹ ਭਰਮ ਹੈ ਕਿ ਮਰਨ ਤੋਂ ਬਾਅਦ ਪ੍ਰਾਣੀ ਜਿਹੜਾ ਚੱਲਾ ਜਾਂਦਾ ਹੈ, ਉਹਨਾਂ ਦੇ ਨਿਮਿਤ ਸ਼ਰਾਧ ਕਰਨੇ, ਉਹਨਾਂ ਦੇ ਨਾਂ ਦੇ ਉੱਤੇ ਦਾਨ ਪੁੰਨ ਕਰਨਾ, ਲੋਕਾਂ ਨੂੰ, ਬ੍ਰਾਹਮਣਾਂ ਨੂੰ ਭੋਜਨ ਛਕਾਉਣਾ, ਕਾਵਾਂ ਨੂੰ, ਕੁੱਤਿਆਂ ਨੂੰ ਖਵਾਉਣਾ। ਅੱਜ ਮਹਾਰਾਜ ਨੇ ਇਸ ਸ਼ਲੋਕ ਦੇ ਵਿੱਚ ਇੱਕ ਬੜੀ ਤਰਕਪੂਰਨ ਗੱਲ ਕੀਤੀ ਹੈ। ਇਸ ਨੂੰ ਇਸ ਤਰੀਕੇ ਨਾਲ ਵੀ ਲਿਆ ਜਾ ਸਕਦਾ ਹੈ ਕਿ ਮਹਾਰਾਜ ਨੇ ਕਟਾਕਸ਼ ਵੀ ਕੀਤਾ ਹੈ ਕਿ ਜਿਹੜੇ ਤੁਸੀਂ ਇਹ ਕਹਿੰਦੇ ਹੋ ਕਿ ਜੋ ਕੁਝ ਅਸੀਂ ਇੱਥੇ ਆਪਣੇ ਪਿਤਰਾਂ ਦੇ ਵਾਸਤੇ ਕਰ ਰਹੇ ਹਾਂ, ਉਹਨਾਂ ਦੇ ਸ਼ਰਾਧ 'ਤੇ ਧਨ ਖਰਚ ਕਰ ਰਹੇ ਹਾਂ, ਵਸਤੂਆਂ ਦੇ ਰਹੇ ਹਾਂ, ਉਹ ਉਹਨਾਂ ਨੂੰ ਪੁੱਜਦੀਆਂ ਨੇ। ਮਹਾਰਾਜ ਕਹਿੰਦੇ ਨੇ ਕਿ ਜੇ ਐਸੀ ਗੱਲ ਹੈ, ਵੈਸੇ ਐਸਾ ਕੁਝ ਹੁੰਦਾ ਨਹੀਂ, ਪਰ ਜੇ ਐਸੀ ਗੱਲ ਹੈ ਤਾਂ ਕਿਧਰੇ ਜੇ ਧੋਖਾਧੜੀ ਨਾਲ ਕਮਾਇਆ ਹੋਇਆ ਧਨ, ਚੋਰੀ ਦਾ ਧਨ, ਲੂਟ ਦਾ ਧਨ ਇਸ ਕੰਮ ਵਾਸਤੇ ਇਸਤੇਮਾਲ ਹੋ ਰਿਹਾ ਹੈ। ਜੇ ਮਨੁੱਖ ਚੋਰੀ ਦੇ ਧਨ ਦੇ ਨਾਲ ਆਪਣੇ ਪਿਤਰਾਂ ਦਾ ਸ਼ਰਾਧ ਕਰ ਰਿਹਾ ਹੈ, ਉਸ ਧਨ ਤੋਂ ਵਸਤੂਆਂ ਖਰੀਦ ਕੇ ਦੂਜਿਆਂ ਨੂੰ ਦੇ ਰਿਹਾ ਹੈ, ਫਿਰ ਮਹਾਰਾਜ ਕਹਿੰਦੇ ਨੇ ਇਸ ਦਾ ਨਤੀਜਾ ਕੀ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨੇ, ਜੇ ਮੋਹਾਕਾ ਘਰ ਮੋਹ ਹੈ, ਘਰ ਮੋਹ ਪਿਤਰੀ ਦੇ। ਮੁਹਾਕਾ ਦਾ ਇੱਥੇ ਅਰਥ ਹੈ ਚੋਰ, ਚੋਰੀ ਕਰਨ ਵਾਲਾ, ਠੱਗਣ ਵਾਲਾ। ਕਹਿੰਦੇ ਨੇ ਜੇ ਕੋਈ ਚੋਰ ਕਿਸੇ ਦੇ ਘਰ ਚੋਰੀ ਕਰਕੇ ਉੱਥੋਂ ਜੋ ਧਨ ਪ੍ਰਾਪਤ ਹੁੰਦਾ ਹੈ, ਜੋ ਵਸਤੂਆਂ ਪ੍ਰਾਪਤ ਹੁੰਦੀਆਂ ਹੈ, ਉਹਨਾਂ ਨਾਲ ਆਪਣੇ ਪਿਤਰਾਂ ਦੇ ਸ਼ਰਾਧ ਕਰਦਾ ਹੈ,
ਅਤੇ ਫਿਰ ਤੁਸੀਂ ਕਹਿੰਦੇ ਹੋ ਕਿ ਉਹ ਵਸਤੂਆਂ ਉਹਨਾਂ ਪਿਤਰਾਂ ਤੱਕ ਪੁੱਜਦੀਆਂ ਨੇ। ਫਿਰ ਮਹਾਰਾਜ ਕਹਿੰਦੇ ਨੇ ਕੀ ਹੋ ਸਕਦਾ ਹੈ? ਅੱਗੇ ਵਸਤ ਸਿਆਣੀਐ ਪਿਤਰੀ ਚੋਰ ਕਰੇ। ਕਹਿੰਦੇ ਫਿਰ ਤੇ ਇਹ ਹੋਏਗਾ ਕਿ ਜਿਸ ਦੇ ਘਰ ਚੋਰੀ ਕਰਕੇ ਸਮਾਨ ਲਿਆਏ ਹੋ, ਵਸਤੂਆਂ ਲਿਆਏ, ਉਹਨਾਂ ਦੇ ਪਿੱਤਰ ਵੀ ਤੇ ਉੱਥੇ ਹੋਣਗੇ ਨਾ, ਤੇ ਉਹਨਾਂ ਨੇ ਉਹਨਾਂ ਵਸਤੂਆਂ ਨੂੰ ਪਛਾਣ ਲੈਣਾ ਹੈ, ਧਨ ਨੂੰ ਪਛਾਣ ਲੈਣਾ ਹੈ, ਅਤੇ ਫਿਰ ਤੁਹਾਡੇ ਜਿਹੜੇ ਪਿੱਤਰ ਨੇ ਉਹ ਵੀ ਚੋਰ ਹੀ ਮੰਨੇ ਜਾਣਗੇ। ਉਹਨਾਂ ਨੂੰ ਵੀ ਤੁਸੀਂ ਚੋਰ ਬਣਾ ਦਿੱਤਾ। ਅਤੇ ਮਹਾਰਾਜ ਕਹਿੰਦੇ ਨੇ ਜਿਹੜੇ ਬ੍ਰਾਹਮਣ ਇਹ ਸ਼ਰਾਧ ਕਰਾਉਂਦੇ ਨੇ, ਪੂਜਾ ਕਰਾਉਂਦੇ ਨੇ, ਇਹ ਦਾਨ ਪੁੰਨ ਕਰਾਉਂਦੇ ਨੇ, ਉਹਨਾਂ ਨਾਲ ਕੀ ਹੋਣਾ ਹੈ? ਮਹਾਰਾਜ ਕਹਿੰਦੇ ਨੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ। ਮੁਸਫੀ ਕਰਦੇ ਨੇ ਨਿਆਂ ਕਰਨਾ। ਕਹਿੰਦੇ ਨੇ ਜਿਹੜੇ ਬ੍ਰਾਹਮਣ ਦਲਾਲ ਬਣੀ ਬੈਠੇ ਨੇ, ਜਿਹੜੇ ਇਹ ਕੰਮ ਕਰਾਉਂਦੇ ਨੇ, ਇਹਨਾਂ ਦੇ ਤੇ ਫਿਰ ਕਿਉਂਕਿ ਚੋਰੀ ਕਰਾਈ ਹੈ, ਚੋਰੀ ਦੇ ਮਾਲ ਨਾਲ ਸਾਰਾ ਕੁਝ ਕੀਤਾ ਹੈ, ਇਹਨਾਂ ਦੇ ਤੇ ਫਿਰ ਹੱਥ ਕੱਟੇ ਜਾਣਗੇ, ਕਿਉਂਕਿ ਚੋਰੀ ਦੀ ਸਜ਼ਾ ਹੱਥ ਕੱਟਣਾ ਮੰਨੀ ਗਈ ਹੈ। ਕਹਿੰਦੇ ਫਿਰ ਤੇ ਇਹੀ ਨਿਆਂ ਹੋਏਗਾ ਨਾ। ਪਰ ਮਹਾਰਾਜ ਕਹਿੰਦੇ ਨੇ ਇਹ ਤੁਹਾਡਾ ਭਰਮ ਹੈ, ਐਸਾ ਕੁਝ ਨਹੀਂ। ਤੁਹਾਡਾ ਇਸ ਤਰੀਕੇ ਨਾਲ ਕਿਸੇ ਨੂੰ ਦਾਨ ਪੁੰਨ ਕਰਨਾ, ਕਿਸੇ ਨੂੰ ਭੋਜਨ ਛਕਾਉਣਾ, ਇਹ ਕਦੇ ਉੱਥੇ ਨਹੀਂ ਪੁੱਜਦਾ। ਅਸਲ ਦੇ ਵਿੱਚ ਪੁੱਛਦਾ ਕੀ ਹੈ? ਮਹਾਰਾਜ ਕਹਿੰਦੇ ਨੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਕਹਿੰਦੇ ਨੇ ਅੱਗੇ ਤੇ ਉਹੀ ਪੁੱਛਦਾ ਹੈ ਜਿਹੜਾ ਮਨੁੱਖ ਆਪਣੇ ਜੀਵਨ ਦੇ ਵਿੱਚ ਆਪ ਕਾਲਨਾ ਕਰਕੇ ਖੱਟਦਾ ਹੈ, ਕਮਾਉਂਦਾ ਹੈ ਅਤੇ ਦਾਨ ਪੁੰਨ ਕਰਦਾ ਹੈ। ਉਸ ਦੇ ਜਾਣ ਤੋਂ ਬਾਅਦ ਕੁਝ ਨਹੀਂ ਹੁੰਦਾ। ਇਹ ਸ਼ਲੋਕ ਦੀ ਉਥਾਨਕਾ ਜਿਹੜਾ ਇਹ ਦੱਸੀ ਜਾਂਦੀ ਹੈ ਕਿ ਇਹ ਸ਼ਲੋਕ ਮਹਾਰਾਜ ਨੇ ਦੁਨੀ ਚੰਦ, ਜਿਹੜਾ ਲਾਹੌਰ ਦਾ ਇੱਕ ਬਹੁਤ ਅਮੀਰ ਆਦਮੀ ਸੀ, ਜਿਹਨੂੰ ਕਰੋੜੀਆ ਦੁਨੀ ਚੰਦ ਆਖਿਆ ਜਾਂਦਾ ਸੀ, ਜਦੋਂ ਉੱਥੇ ਮਹਾਰਾਜ ਗਏ ਨੇ ਲਾਹੌਰ, ਤੇ ਉਸ ਦਾ ਹੰਕਾਰ ਵੇਖ ਕੇ ਘਰ ਦੇ ਉੱਤੇ ਝੰਡੇ ਲੱਗੇ ਹੋਏ ਨੇ ਪੈਸੇ ਨੂੰ ਵਿਖਾਉਣ ਵਾਸਤੇ, ਉੱਥੇ ਮਹਾਰਾਜ ਨੂੰ ਸਿੱਖਿਆ ਦੇਣ ਦੇ ਵਾਸਤੇ ਇਹ ਉਚਾਰਨ ਕੀਤਾ ਸੀ। ਉਸਨੇ ਬਹੁਤ ਵੱਡਾ ਭੋਜ ਕੀਤਾ ਸੀ ਅਤੇ ਮਹਾਰਾਜ ਲਾਹੌਰ ਵਿੱਚ ਸਨ, ਇਸ ਕਰਕੇ ਉਸਨੇ ਮਹਾਰਾਜ ਨੂੰ ਵੀ ਬੁਲਾ ਲਿਆ। ਸਤਿਗੁਰ ਕਹਿੰਦੇ ਨੇ ਕਿ ਇਹ ਕੀ ਕਰ ਰਹੇ ਹੋ ਤੁਸੀਂ? ਕਹਿੰਦਾ ਜੀ ਆਪਣੇ ਪਿਤਰਾਂ ਦਾ ਸ਼ਰਾਧ ਕਰ ਰਿਹਾ ਹਾਂ। ਇਹ ਭੋਜਨ, ਇਹ ਵਸਤਰ, ਇਸ ਜਿਹੜੇ ਦੂਜੇ ਹੋਰ ਸਮਾਨ ਨੇ, ਇਹ ਬ੍ਰਾਹਮਣਾਂ ਨੂੰ ਅਤੇ ਦੂਜਿਆਂ ਨੂੰ ਦਾਨ ਕਰ ਰਿਹਾ ਹਾਂ। ਅਤੇ ਖਾਣਾ ਜਿਹੜਾ ਹੈ ਕੌਵਾਂ ਨੂੰ ਵੀ ਪਾਇਆ ਜਾਂਦਾ ਹੈ, ਕੁੱਤਿਆਂ ਨੂੰ ਵੀ ਪਾਇਆ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਤੈਨੂੰ ਯਕੀਨ ਹੈ ਇਹ ਸਾਰਾ ਕੁਝ ਤੇਰੇ ਪਿਓ ਤੱਕ ਪੁੱਜੇਗਾ? ਕਹਿੰਦਾ ਹਾਂ ਜੀ, ਕਹਿੰਦੇ ਤੇ ਇਹੀ ਨੇ। ਮਹਾਰਾਜ ਕਹਿੰਦੇ ਨਹੀਂ, ਇਹ ਸਭ ਝੂਠ ਹੈ, ਐਸਾ ਕੁਝ ਨਹੀਂ ਹੈ। ਜੇ ਆਪਣੇ ਪਿਓ ਨੂੰ ਕੁਝ ਖਵਾਉਣਾ ਹੀ ਹੈ ਤੇ ਦੇਖ ਤੇਰਾ ਪਿਓ ਜਿਹੜਾ ਹੈ ਬਘਿਆੜ ਦੀ ਜੋਨੀ ਦੇ ਵਿੱਚ ਹੈ, ਅਤੇ ਰਾਵੀ ਦੇ ਕਿਨਾਰੇ ਇੱਕ ਝਾੜੀ ਦੇ ਵਿੱਚ ਬੈਠਿਆ ਭੁੱਖਾ, 3 ਦਿਨਾਂ ਤੋਂ ਉਸਨੇ ਕੁਝ ਖਾਇਆ ਹੀ ਨਹੀਂ ਹੈ। ਸਤਿਗੁਰ ਤੇ ਜਾਣੀ ਜਾਣ ਸਨ। ਇਸ ਗੱਲ 'ਤੇ ਅਸੀਂ ਕੋਈ ਤਰਕ ਕਰ ਹੀ ਨਹੀਂ ਸਕਦੇ, ਕਿਉਂਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਮਹਾਰਾਜ ਨੂੰ ਤੇ ਪਤਾ ਸੀ ਕਿਸ ਦੀ ਆਤਮਾ ਕਿੱਥੇ ਹੈ, ਕੌਣ ਕਿੱਥੇ ਹੈ। ਸਤਿਗੁਰ ਦੀ ਗੱਲ ਮੰਨ ਕੇ ਦੁਨੀ ਚੰਦ ਉੱਥੇ ਗਿਆ। ਸਤਿਗੁਰ ਦੀ ਕਿਰਪਾ ਦੇ ਨਾਲ ਉਹ ਬਘਿਆੜ ਜਿਹੜਾ ਸੀ ਉਹ ਮਨੁੱਖਾਂ ਦੀ ਤਰ੍ਹਾਂ ਬੋਲਿਆ ਅਤੇ ਉਸਨੇ ਕਿਹਾ ਕਿ ਗੁਰੂ ਜੀ ਸੱਚ ਕਹਿ ਰਹੇ ਨੇ। ਮਰਨ ਦੇ ਵੇਲੇ ਮੇਰਾ ਮਨ ਜਿਹੜਾ ਸੀ ਭਟਕ ਗਿਆ, ਮੈਂ ਮਾਂਸ ਖਾਣ ਵਾਲੇ ਪਾਸੇ ਚਲਾ ਗਿਆ, ਉਹ ਚੇਤਾ ਆਇਆ ਅਤੇ ਮੈਂ ਬਘਿਆੜ ਦੀ ਜੋਨੀ ਵਿੱਚ ਪੈ ਗਿਆ। ਪਹਿਲਾਂ ਵੀ ਕੋਈ ਪੁੰਨ ਕਰਮ ਚੰਗੇ ਕੀਤੇ ਨਹੀਂ ਸਨ, ਪਰ ਕਹਿੰਦੇ ਨੇ ਕਿ ਹੁਣ ਮਹਾਰਾਜ ਨੇ ਮੈਨੂੰ ਆਪਣੇ ਚੇਤੇ ਵਿੱਚ ਲਿਆਂਦਾ ਹੈ, ਮੇਰਾ ਤਾਂ ਛੁਟਕਾਰਾ ਹੋ ਹੀ ਜਾਏਗਾ। ਪਰ ਤੂੰ ਵੀ ਜਾ ਕੇ ਸਤਿਗੁਰਾਂ ਦੇ ਚਰਨ ਫੜ ਲੈ, ਜੋ ਸਤਿਗੁਰ ਗਿਆਨ ਦੇਣ ਉਸ ਨੂੰ ਗ੍ਰਹਿਣ ਕਰ ਲੈ, ਤਾਂ ਹੀ ਤੇਰਾ ਵੀ ਨਿਸਤਾਰਾ ਹੋ ਸਕਦਾ ਹੈ। ਜਿਵੇਂ ਸਾਖੀ ਆਪਣੇ ਪਹਿਲਾਂ ਵੀ ਸੁਣੀ ਹੋਣੀ ਹੈ, ਸਤਿਗੁਰਾਂ ਨੇ ਫਿਰ ਉਸ ਨੂੰ ਇੱਕ ਸੂਈ ਦਿੱਤੀ ਸੀ ਅਤੇ ਕਿਹਾ ਸੀ ਅਸੀਂ ਅੱਗੇ ਪਰਲੋਕ ਵੀ ਤੇਰੇ ਕੋਲੋਂ ਲੈ ਲਾਂਗੇ। ਪਰ ਜਦੋਂ ਸਮਝ ਲੱਗੀ ਕਿ ਨਾਲ ਤਾਂ ਕੁਝ ਵੀ ਨਹੀਂ ਜਾਣਾ, ਤੇ ਫਿਰ ਜਿਹੜਾ ਧਨ ਸੀ ਉਹ ਵੀ ਉਸਨੇ ਗਰੀਬਾਂ ਵਿੱਚ ਵੰਡਿਆ। ਸਤਿਗੁਰੂ ਜੀ ਦਾ ਸ਼ਰਧਾਲੂ ਸਿੱਖ ਬਣਿਆ। ਸੋ ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੇ ਸ਼ਰਾਧ ਨੇ, ਜਿਹੜਾ ਕਿ ਪਿਤਰਾਂ ਦੇ ਨਾਂ 'ਤੇ ਕੀਤਾ ਜਾਂਦਾ ਹੈ, ਇਹ ਸਿਰਫ ਮਨ ਦਾ ਭਰਮ ਹੈ, ਹੋਰ ਕੁਝ ਵੀ ਨਹੀਂ ਹੈ।
भगत कबीर जी ने तो बड़ा स्पष्ट किया है। भगत जी कहते हैं जीवत पितर न मानै कहू, मुए श्राद्ध कराई, पितर भी बपरे कहो क्यों पावै, कौआ कुकर खाई। कहते हैं जीवदिਆਂ माता पिता ਨੂੰ तो कोई ਮੰਨਦਾ नहीं, ਉਹਨਾਂ ਦੀ ਕੋਈ ਸੇਵਾ ਨਹੀਂ ਕਰਦਾ। ਹੁਣ ਅਸੀਂ ਵੇਖ ਹੀ ਰਹੇ ਹਾਂ ਅੱਜ ਕੱਲ੍ਹ ਦੇ ਸਮੇਂ ਕੀ ਕੁਝ ਹੋ ਰਿਹਾ ਹੈ। ਬੱਚੇ ਭਾਵੇਂ ਕਿੰਨੇ ਚੰਗੇ ਅਹੁਦਿਆਂ 'ਤੇ ਹੋਣ, ਕਿੰਨਾ ਕੁਝ ਉਹਨਾਂ ਦੇ ਕੋਲ ਹੋਵੇ, ਪਰ ਬਹੁਤ ਕੁਝ ਇਹ ਦੇਖਣ ਵਿੱਚ ਆ ਰਿਹਾ ਹੈ ਮਾਤਾ ਪਿਤਾ ਜਿਹੜੇ ਨੇ ਬਿਰਧ ਆਸ਼ਰਮਾਂ ਵਿੱਚ ਬੈਠੇ ਨੇ, ਉਹਨਾਂ ਦੀ ਸੇਵਾ ਕਰਨ ਵਾਲਾ ਕੋਈ ਹੈ ਹੀ ਨਹੀਂ, ਕੋਈ ਉਹਨਾਂ ਦੇ ਵੱਲ ਧਿਆਨ ਨਹੀਂ ਦੇ ਰਿਹਾ। ਇਹ ਗੱਲ ਇੱਥੇ ਸੱਚੀ ਹੋ ਰਹੀ ਹੈ, ਹਰ ਸਮੇਂ ਇਹੀ ਸੱਚੀ ਹੈ। ਭਗਤ ਜੀ ਕਹਿੰਦੇ ਨੇ ਕਿ ਪਿਤਰਾਂ ਨੂੰ ਕੀ ਪਾ ਰਹੇ ਹੋ, ਇਹ ਤੇ ਕੌਵੇ ਤੇ ਕੁੱਕਰ ਜਿਹੜੇ ਕੁੱਤੇ ਨੇ ਉਹੀ ਖਾਂਦੇ ਨੇ, ਉਹਨਾਂ ਤੱਕ ਤੇ ਕੁਝ ਪੁੱਛਦਾ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਕਹਿੰਦੇ ਨੇ ਕਿ ਮੈਂ ਤੇ ਜਿਹੜਾ, ਕਿਉਂਕਿ ਬੰਦੇ ਦੇ ਮਰਨ 'ਤੇ ਦੀਵਾ ਪੱਤਲ ਕਿਰਿਆ ਹੋਰ ਕਿੰਨੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਸਨ। ਮਹਾਰਾਜ ਕਹਿੰਦੇ ਨੇ ਜੇ ਤੁਸੀਂ ਅਸਲ ਵੀ ਦੀਵਾ ਜਲਾਉਣਾ ਹੈ ਤਾਂ ਕਿਹੋ ਜਿਹਾ ਦੀਵਾ ਜਲਾਓ। ਮਹਾਰਾਜ ਕਹਿੰਦੇ ਨੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਨ ਸੋਖਿਆ ਚੁੱਕਾ ਜਮਸੋ ਮੇਲ। ਕਹਿੰਦੇ ਨੇ ਮੇਰਾ ਜਿਹੜਾ ਦੀਵਾ ਹੈ ਉਸ ਪਰਮਾਤਮਾ ਦਾ ਨਾਮ ਹੈ। ਜਦੋਂ ਮੈਂ ਉਸ ਦਾ ਨਾਮ ਜਪਦਾ ਹਾਂ, ਇਉਂ ਸਮਝ ਲਓ ਮੇਰੇ ਯਾਦ ਦਾ ਦੀਵਾ ਜਲ ਗਿਆ ਅਤੇ ਮੈਂ ਆਪਣੇ ਦੁੱਖਾਂ ਨੂੰ ਤੇਲ ਬਣਾ ਕੇ ਉਸ ਦੀਵੇ ਦੇ ਵਿੱਚ ਪਾ ਦਿੱਤਾ ਹੈ। ਅਤੇ ਇਹ ਜਿਹੜਾ ਨਾਮ ਹੈ, ਨਾਮ ਰੂਪੀ ਜਿਹੜੀ ਜੋਤ ਹੈ, ਜਦੋਂ ਇਹ ਜਲਦੀ ਹੈ ਤਾਂ ਮੇਰੇ ਦੁੱਖ ਉਸ ਵਿੱਚ ਸੜਦੇ ਨੇ। ਅਤੇ ਇਹ ਜਿਹੜਾ ਪ੍ਰਕਾਸ਼ ਹੈ, ਇਸ ਨੇ ਮੇਰੇ ਸਾਰੇ ਦੁੱਖਾਂ ਦਲਿੱਦਰਾਂ ਨੂੰ ਸੋਖ ਲਿਆ ਹੈ, ਸਮਾਪਤ ਕਰ ਦਿੱਤਾ ਹੈ ਅਤੇ ਮੇਰਾ ਜਮ ਤੋਂ ਫਾਹਾ ਵੀ ਛੁੱਟ ਗਿਆ ਹੈ। ਸੋ ਮਹਾਰਾਜ ਸਾਨੂੰ ਇੱਥੇ ਇਹੀ ਉਪਦੇਸ਼ ਦੇ ਰਹੇ ਨੇ, ਇਹਨਾਂ ਭਰਮਾਂ ਵਹਿਮਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਇੱਕੋ ਪਰਮਾਤਮਾ ਦਾ ਨਾਮ ਹੈ। ਜੇ ਅਸੀਂ ਆਪਣੇ ਵੱਡੇ ਵਡੇਰਿਆਂ ਨੂੰ ਕੁਝ ਦੇਣਾ ਚਾਹੁੰਦੇ ਹਾਂ ਤੇ ਇਹੀ ਹੈ ਕਿ ਆਪਣਾ ਨਾਮ ਜਪੀਏ। ਨਾਮ ਜਪਾਂਗੇ, ਨਾਮ ਦੀ ਸ਼ਕਤੀ ਦੇ ਨਾਲ ਵੀ ਅਸੀਂ ਕੁਝ ਉਹਨਾਂ ਦੀ ਸਹਾਇਤਾ ਕਰ ਸਕਦੇ ਹਾਂ। ਸੋ ਸਤਿਗੁਰਾਂ ਨੇ ਇੱਥੇ ਉਪਦੇਸ਼ ਦਿੱਤਾ ਹੈ ਸ਼ਰਾਧ ਦੇ ਬਾਰੇ ਕਿ ਸਾਨੂੰ ਇਹਨਾਂ ਗੱਲਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੋ ਕੁਝ ਇੱਥੇ ਖੱਟਾਂਗੇ, ਜੋ ਕੁਝ ਇੱਥੇ ਕਮਾਵਾਂਗੇ, ਉਹੀ ਸਾਨੂੰ ਅੱਗੇ ਪ੍ਰਾਪਤ ਹੋਏਗਾ। ਅਗਲੇ ਸ਼ਲੋਕ ਦੇ ਵਿੱਚ ਸਤਿਗੁਰਾਂ ਨੇ ਇੱਕ ਹੋਰ ਵਿਸ਼ਾ ਲਿਆ ਹੈ। ਇਸ ਵਿੱਚ ਮਹਾਰਾਜ ਨੇ ਜਿਹੜੇ ਤਨ ਦੀ ਪਵਿੱਤਰਤਾ ਅਤੇ ਅਪਵਿੱਤਰ ਦੀ ਗੱਲ ਹੈ, ਜਿੱਥੇ ਪਿੱਛੇ ਆਪਾਂ ਦੇਖ ਆਏ ਹਾਂ ਜਿਹੜੇ ਕਿ ਕਹਿੰਦੇ ਸੀ ਚੌਕਾ ਪਵਿੱਤਰ ਅਤੇ ਅਪਵਿੱਤਰ ਹੋ ਜਾਏਗਾ, ਇੱਥੇ ਮਹਾਰਾਜ ਕਹਿੰਦੇ ਨੇ ਕੁਝ ਹੋਰ ਰੀਤੀਆਂ ਇਹੋ ਜਿਹੀਆਂ ਚੱਲੀਆਂ ਆ ਰਹੀਆਂ ਨੇ ਜਿਹੜੀਆਂ ਕਿ ਅਜੇ ਵੀ ਨੇ ਅਤੇ ਉਹ ਵੀ ਮਨ ਦੇ ਭੈਮ ਹੀ ਨੇ, ਮਨ ਦੇ ਭਰਮ ਹੀ ਨੇ। ਮਹਾਰਾਜ ਕਹਿੰਦੇ ਨੇ ਮੰਨਿਆ ਜਾਂਦਾ ਹੈ ਕਿ ਜਦੋਂ ਇਸਤਰੀਆਂ ਜਿਹੜੀਆਂ ਨੇ ਉਹਨਾਂ ਦਾ ਸੰਤਾਨ ਧਾਰਨ ਕਰਨ ਦਾ ਜਿਹੜਾ ਇੱਕ ਪ੍ਰਾਕ੍ਰਿਤਿਕ ਕਿਰਿਆ ਹੈ, ਮਹੀਨੇ ਦੇ ਮਹੀਨੇ ਜੋ ਮਾਸਿਕ ਧਰਮ ਹੈ ਉਹਦੇ ਕਰਕੇ ਅਪਵਿੱਤਰ ਹੋ ਜਾਂਦੀਆਂ ਨੇ। ਅਤੇ ਇੱਥੋਂ ਤੱਕ ਹੁੰਦਾ ਹੈ ਕਿ ਉਹਨਾਂ ਨੂੰ ਚੌਕੇ ਵਿੱਚ ਵੀ ਨਹੀਂ ਜਾਣਾ ਦਿੱਤਾ ਜਾਂਦਾ, ਘਰ ਦੀ ਰਸੋਈ ਵਿੱਚ ਉਹ ਨਹੀਂ ਜਾ ਸਕਦੀਆਂ, ਧਰਮ ਸਥਾਨਾਂ 'ਤੇ ਉਹ ਨਹੀਂ ਜਾ ਸਕਦੀਆਂ। ਮਹਾਰਾਜ ਕਹਿੰਦੇ ਨੇ ਕਮਾਲ ਹੈ, ਜਿਹੜਾ ਇੱਕ ਐਸਾ ਕੰਮ ਜੋ ਈਸ਼ਵਰ ਨੇ ਬਣਾਇਆ ਹੈ ਸੰਸਾਰ ਦੀ ਉਤਪੱਤੀ ਦੇ ਵਾਸਤੇ, ਜੋ ਉਸ ਦਾ ਬਣਾਇਆ ਹੋਇਆ ਉਸ ਦੇ ਨਾਲ ਸਰੀਰ ਅਪਵਿੱਤਰ ਕਿਵੇਂ ਹੋ ਗਿਆ। ਪਰ ਮਹਾਰਾਜ ਕਹਿੰਦੇ ਨੇ ਕਿ ਜਿਵੇਂ ਅਸੀਂ ਮੂੰਹ ਤੋਂ ਝੂਠ ਬੋਲਦੇ ਹਾਂ, ਮੂੰਹ ਨੂੰ ਅਸੀਂ ਝੂਠਾ ਮੰਨਦੇ ਹਾਂ, ਕੋਈ ਚੀਜ਼ ਮੂੰਹ ਨਾਲ ਲਗਾਤੀ ਝੂਠੀ ਹੋ ਗਈ। ਕਹਿੰਦੇ ਨੇ ਜਿੰਨਾ ਮਰਜ਼ੀ ਧੋ ਲਓ ਮੂੰਹ 'ਤੇ ਫਿਰ ਵੀ ਝੂਠੇ ਦਾ ਝੂਠਾ ਹੀ ਰਹਿੰਦਾ ਹੈ। ਇਸ ਸ਼ਲੋਕ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜੇ ਮਹਿਲਾ ਪਹਿਲਾ ਜਿਉਂ ਜੋ ਰੂ ਸਿਰ ਨਾਮਣੀ ਆਵੇ ਵਾਰੋ ਵਾਰ। ਮਹਾਰਾਜ ਨੇ ਇੱਥੇ ਇੱਕ ਸ਼ਬਦ ਜਿਹੜਾ ਹੈ ਉਹਦਾ ਇਸਤੇਮਾਲ ਕੀਤਾ ਹੈ। ਸ਼ਿਰਨਾਮਣੀ ਜਿਹੜੀ ਇਸਤਰੀਆਂ ਦਾ ਮਹੀਨੇ ਦੇ ਮਹੀਨੇ ਹੋਣ ਵਾਲੀ ਕਿਰਿਆ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਕਿ ਹਰ ਮਹੀਨੇ ਹੁੰਦਾ ਹੈ, ਝੂਠੇ ਝੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ। ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਮਨੁੱਖ ਜਿਹੜਾ ਹੈ ਮੂੰਹ ਨੂੰ ਝੂਠਾ ਮੰਨਦਾ ਹੈ, ਪਰ ਮੂੰਹ ਤੋਂ ਝੂਠ ਬੋਲਦਾ ਹੈ। ਅਸਲ ਦੇ ਵਿੱਚ ਮੁਖ ਜਿਹੜਾ ਹੈ ਉਂਝ ਅਪਵਿੱਤਰ ਨਹੀਂ ਹੈ, ਸਰੀਰ ਸਾਡਾ ਅਪਵਿੱਤਰ ਨਹੀਂ ਹੈ, ਪਰ ਜਦੋਂ ਮਨੁੱਖ ਮੂੰਹ ਤੋਂ ਝੂਠ ਬੋਲਦਾ ਹੈ ਉਹ ਫਿਰ ਅਪਵਿੱਤਰ ਹੋ ਜਾਂਦਾ ਹੈ। ਫਿਰ ਅਸੀਂ ਕਰਦੇ ਕੀ ਹਾਂ, ਮਹਾਰਾਜ ਕਹਿੰਦੇ ਨੇ ਫਿਰ ਅਸੀਂ ਸੋਚਦੇ ਹਾਂ ਕਿ ਇਸ਼ਨਾਨ ਕਰਨ ਦੇ ਨਾਲ ਸਾਡਾ ਤਨ ਪਵਿੱਤਰ ਹੋ ਗਿਆ, ਸੁੱਚੇ ਹੋ ਗਏ ਅਸੀਂ। ਮਹਾਰਾਜ ਕਹਿੰਦੇ ਨੇ ਐਸਾ ਨਹੀਂ, ਸੁੱਚੇ ਇਹ ਨਾ ਆਖੀਏ ਬੈਣ ਜੇ ਪਿੰਡਾ ਤੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ।
ਮਹਾਰਾਜ ਕਹਿੰਦੇ ਨੇ ਜਿਹੜੇ ਇਸ਼ਨਾਨ ਕਰਕੇ ਪਿੰਡਾਂ ਧੋ ਕੇ ਬੈਠ ਜਾਂਦੇ ਨੇ ਅਤੇ ਸੋਚਦੇ ਨੇ ਕਿ ਅਸੀਂ ਪਵਿੱਤਰ ਹੋ ਗਏ ਹਾਂ, ਸੁੱਚੇ ਹੋ ਗਏ ਹਾਂ, ਕਹਿੰਦੇ ਨੇ ਐਸਾ ਕੁਝ ਨਹੀਂ ਹੁੰਦਾ। ਅਸਲ ਦੇ ਵਿੱਚ ਪਵਿੱਤਰ ਤੇ ਉਹੀ ਹੈ ਜਿਸ ਦੇ ਹਿਰਦੇ ਦੇ ਵਿੱਚ, ਜਿਸ ਦੇ ਮੁਖ ਦੇ ਵਿੱਚ ਉਸ ਅਕਾਲ ਪੁਰਖ ਦਾ ਨਾਂ ਹੈ, ਕਿਉਂਕਿ ਉਹ ਅਕਾਲ ਪੁਰਖ ਆਪ ਮਹਾ ਪਵਿੱਤਰ ਹੈ। ਉਸ ਦਾ ਨਾਮ ਵੀ ਬਹੁਤ ਪਵਿੱਤਰ ਹੈ। ਜੋ ਉਸ ਦਾ ਨਾਮ ਜਪਦੇ ਨੇ, ਜਿਨ੍ਹਾਂ ਸਰੀਰਾਂ ਵਿੱਚ, ਜਿਨ੍ਹਾਂ ਮੂੰਹਾਂ ਦੇ ਵਿੱਚ ਉਸ ਦਾ ਨਾਂ ਹੈ, ਉਹ ਸਦਾ ਪਵਿੱਤਰ ਹੀ ਰਹਿੰਦੇ ਨੇ, ਕਦੇ ਅਪਵਿੱਤਰ ਨਹੀਂ ਹੁੰਦੇ। ਸੋ ਇਹ ਵਹਿਮ ਜਿਹੜੇ ਨੇ ਕਿ ਤਨ ਅਪਵਿੱਤਰ ਹੋ ਗਿਆ, ਪੂਜਾ ਨਹੀਂ ਕਰ ਸਕਦੇ, ਚੌਕੇ ਵਿੱਚ ਨਹੀਂ ਜਾ ਸਕਦੇ, ਮਹਾਰਾਜ ਕਹਿੰਦੇ ਨੇ ਇਹ ਵੀ ਸਾਰੇ ਵਿਅਰਥ ਨੇ। ਦੇਖੋ ਮਹਾਰਾਜ ਨੇ ਕਿਤਨੀ ਬਾਰੀਕੀ ਦੇ ਨਾਲ ਸੰਸਾਰ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਜਿਹੜਾ ਹੈ ਉਹ ਆਸਰ ਦੀ ਵਾਰ ਦੇ ਵਿੱਚ ਸਾਨੂੰ ਸਮਝਾਇਆ ਹੈ। ਅਸਲ ਦੇ ਵਿੱਚ ਤਨ ਤੇ ਅਪਵਿੱਤਰ ਰਹਿੰਦਾ ਹੀ ਹੈ। ਜਦੋਂ ਤਨ ਦੇ ਵਿੱਚ ਜਿੰਨੇ ਦੋਖ ਨੇ ਉਹ ਸਾਡੇ ਵਿੱਚ ਰਹਿੰਦੇ ਨੇ। ਮਹਾਰਾਜ ਨੇ ਹਰਿਦੁਆਰ ਉਸ ਪੰਡਤ ਨੂੰ ਸਮਝਾਉਂਦਿਆਂ ਹੋਇਆ ਆਖਿਆ ਸੀ, ਜਿਹੜਾ ਕਿ ਬਲਦੀ ਹੋਈ ਅੱਗ ਲੈ ਕੇ ਭਾਈ ਮਰਦਾਨਾ ਜੀ ਦੇ ਪਿੱਛੇ ਦੌੜਿਆ ਸੀ ਜਦੋਂ ਅੱਗ ਲੈਣ ਵਾਸਤੇ ਗਏ ਸਨ। ਮਹਾਰਾਜ ਨੇ ਕਿਹਾ ਸੀ ਕਿ 4 ਜਿਹੜੇ ਵੱਡੇ ਅਵਗੁਣ ਨੇ, ਜਿਨ੍ਹਾਂ ਨੂੰ ਕਿ ਤੂੰ ਸਭ ਤੋਂ ਵੱਡੇ ਸ਼ੂਦਰ ਮੰਨਦਾ ਹੈ, ਉਹ ਤੇ ਤੇਰੇ ਅੰਦਰ ਬੈਠੇ ਨੇ। ਉਹ ਕੀ ਨੇ? ਮਹਾਰਾਜ ਕਹਿੰਦੇ ਨੇ ਕੁਬੁੱਧ ਡੂਮਨੀ ਕੁਦਿਆ ਕਸਾਇਨ, ਪਰ ਨਿੰਦਾ ਕਟ ਚੂੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੇ ਨਾਲ। ਕਹਿੰਦੇ ਤੇਰੀ ਬੁਰੀ ਮਤ, ਤੇਰੇ ਮਨ ਦੇ ਵਿੱਚ ਹਿੰਸਾ ਦਾ ਹੋਣਾ, ਕੁਦਿਆ ਦਾ ਹੋਣਾ, ਤੇਰੇ ਮਨ ਦੇ ਵਿੱਚ ਕ੍ਰੋਧ ਦਾ ਹੋਣਾ, ਅਤੇ ਤੇਰੇ ਮਨ ਦੇ ਵਿੱਚ ਜਿਹੜਾ ਹੈ ਇਹ ਵਿਕਾਰ ਜਿਹੜੇ ਨੇ, ਜਦੋਂ ਤੱਕ ਇਹ ਬੈਠੇ ਹੋਏ ਨੇ ਉਸ ਵੇਲੇ ਤੱਕ ਤੇਰਾ ਸਰੀਰ ਹੈ ਪਵਿੱਤਰ ਹੈ, ਉਸ ਵੇਲੇ ਤੱਕ ਤੇਰਾ ਮਨ ਅਪਵਿੱਤਰ ਹੈ। ਭਾਵੇਂ ਤੂੰ ਕਿੰਨਾ ਹੀ ਚੌਕਾ ਪਵਿੱਤਰ ਕਰੀ ਜਾ, ਭਾਵੇਂ ਤੂੰ ਕਿੰਨੇ ਹੀ ਇਸ਼ਨਾਨ ਕਰੀ ਜਾ, ਜਦੋਂ ਤੱਕ ਇਹ ਵਿਕਾਰ ਤੇਰੇ ਅੰਦਰ ਨੇ, ਤੇਰਾ ਤਨ ਕਦੇ ਪਵਿੱਤਰ ਨਹੀਂ ਹੋ ਸਕਦਾ, ਤੇਰਾ ਮਨ ਕਦੇ ਪਵਿੱਤਰ ਨਹੀਂ ਹੋ ਸਕਦਾ। ਸੋ ਸਤਿਗੁਰਾਂ ਨੇ ਇਹ ਉਪਦੇਸ਼ ਸਾਨੂੰ ਦਿੱਤਾ ਹੈ ਕਿ ਅਸੀਂ ਵੀ ਯਤਨ ਕਰੀਏ। ਜੇ ਸਾਡੇ ਅੰਦਰ ਇਹ ਵਿਕਾਰ ਨੇ, ਸਾਡੇ ਅੰਦਰ ਇਹ ਅਵਗੁਣ ਨੇ, ਤੇ ਕਿਵੇਂ ਸਾਡਾ ਮਨ ਪਵਿੱਤਰ ਹੋ ਸਕਦਾ ਹੈ। ਅਸੀਂ ਵੀ ਗੁਰੂ ਦੇ ਹੁਕਮ ਨੂੰ ਮੰਨ ਕੇ ਉਸ ਅਕਾਲ ਪੁਰਖ ਦੇ ਨਾਮ ਨਾਲ ਜੁੜੀਏ, ਤਾਂ ਕਿ ਅਸੀਂ ਅਪਵਿੱਤਰ ਤੋਂ ਪਵਿੱਤਰ ਹੋ ਜਾਈਏ, ਨਿਰਮਲ ਹੋ ਜਾਈਏ। ਸਾਡੇ ਮਨ ਦੀ ਮਲ ਜਿਹੜੀ ਹੈ ਉਹ ਨਿਪਟ ਜਾਏ, ਉਹ ਮੁੱਕ ਜਾਏ, ਅਸੀਂ ਨਿਰਮਲ ਹੋ ਕੇ ਉਸ ਅਕਾਲ ਪੁਰਖ ਵਿੱਚ ਅਭੇਦ ਹੋ ਸਕੀਏ। ਪੌੜੀ ਦੀ ਵਿਚਾਰ ਕਿਉਂਕਿ ਸਮਾਂ ਹੋ ਚੁੱਕਿਆ ਹੈ, ਉਹ ਆਪਾਂ ਅਗਲੇ ਹਫਤੇ ਕਰਾਂਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦੇ ਕਿ ਜੀਵਨ ਤੋਂ ਆਪ ਸਾਰੇ ਜਾਣੂ ਹੋ। ਹਰ ਸਾਲ ਆਪਾਂ ਵਿਚਾਰ ਕਰਦੇ ਹਾਂ, ਪਰ ਹਰ ਵਾਰੀ ਗੁਰੂ ਸਾਹਿਬ ਦੇ ਜੀਵਨ ਨੂੰ ਕੋਖਣਾ, ਉਹਨਾਂ ਦੇ ਜੀਵਨ ਵੱਲ ਝਾਤੀ ਮਾਰਨੀ, ਉਹਨਾਂ ਦੇ ਉਪਦੇਸ਼ਾਂ ਨੂੰ ਸੁਣਨਾ, ਪੜ੍ਹਨਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਕਿਉਂਕਿ ਅਸੀਂ ਸੁਣਦੇ ਹਾਂ ਅਤੇ ਭੁੱਲ ਜਾਂਦੇ ਹਾਂ ਸਤਿਗੁਰਾਂ ਨੇ ਸਾਡੇ ਵਾਸਤੇ ਕੀ ਕੁਝ ਕੀਤਾ ਹੈ, ਸਤਿਗੁਰਾਂ ਨੇ ਸਾਨੂੰ ਕੀ ਕੁਝ ਦਾਤਾਂ ਦਿੱਤੀਆਂ ਨੇ, ਇਹ ਸਾਨੂੰ ਯਾਦ ਰੱਖਣੀਆਂ ਬੜੀਆਂ ਜ਼ਰੂਰੀ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਹੋਇਆ ਉਹ 5 ਜੁਲਾਈ ਸੰਨ 1595 ਨੂੰ, ਜਿਹੜਾ ਕਿ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਹੈ, ਉੱਥੇ ਹੋਇਆ ਹੈ। ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਮਾਤਾ ਗੰਗਾ ਜੀ ਦੀ ਕੁੱਖੋਂ ਉਹਨਾਂ ਦੇ ਗ੍ਰਹਿ ਵਿਖੇ ਹੋਇਆ ਹੈ। ਸਤਿਗੁਰਾਂ ਨੇ ਜਦੋਂ ਗੁਰਗੱਦੀ 'ਤੇ ਬੈਠੇ ਨੇ 11 ਸਾਲ ਦੀ ਆਯੂ ਦੇ ਵਿੱਚ, ਉਸ ਵੇਲੇ ਜੋ ਕੁਝ ਪਹਿਲੇ ਹੋ ਚੁੱਕਿਆ ਉਸ ਨੂੰ ਵੇਖਦਿਆਂ ਹੋਇਆਂ ਅਤੇ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਨੂੰ ਸਿਰ ਮੱਥੇ 'ਤੇ ਮੰਨਦਿਆਂ ਹੋਇਆਂ, ਕਿਉਂਕਿ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀਗਾ ਜਾਣ ਤੋਂ ਪਹਿਲਾਂ, ਕਿਉਂਕਿ ਸਤਿਗੁਰ ਜਾਣੀ ਜਾਣ ਸਨ ਗੁਰੂ ਅਰਜਨ ਦੇਵ ਮਹਾਰਾਜ। ਉਹਨਾਂ ਨੂੰ ਪਤਾ ਹੈ ਕਿ ਅਸੀਂ ਜਾਣ ਲੱਗੇ ਹਾਂ ਲਾਹੌਰ, ਸਾਡੇ ਨਾਲ ਕੀ ਸਾਕਾ ਵਰਤੇਗਾ, ਸਾਡੀ ਸ਼ਹੀਦੀ ਹੋਣੀ ਹੈ। ਪਰ ਇਹ ਸ਼ਹੀਦੀ ਤੋਂ ਬਾਅਦ ਜਿਹੜਾ ਹੈ ਖਾਲੀ ਭਗਤੀ ਨਾਲ ਕੰਮ ਨਹੀਂ ਚੱਲੇਗਾ, ਹੁਣ ਸ਼ਕਤੀ ਦੀ ਵੀ ਲੋੜ ਹੈ। ਇਸ ਵਾਸਤੇ ਮਹਾਰਾਜ ਨੇ ਹੁਕਮ ਕੀਤਾ ਸੀਗਾ ਕਿ ਹੁਣ ਤੁਸੀਂ ਸ਼ਕਤੀ ਦੇ ਪ੍ਰਤੀਕ ਆਪਣੇ ਕੋਲ ਜਿਹੜੇ ਨੇ ਸ਼ਸਤਰਧਾਰੀ ਸਿੰਘ ਰੱਖਣੇ ਨੇ, ਸੈਨਾ ਤਿਆਰ ਕਰਨੀ ਹੈ ਅਤੇ ਜ਼ੁਲਮ ਦਾ ਡਟ ਕੇ ਮੁਕਾਬਲਾ ਵੀ ਕਰਨਾ ਹੈ। ਸੋ ਸਤਿਗੁਰਾਂ ਨੇ ਜਦੋਂ ਗੁਰਤਾ ਗੱਦੀ 'ਤੇ ਬੈਠੇ ਨੇ, ਬਾਬਾ ਬੁੱਢਾ ਜੀ ਨੇ ਉਹਨਾਂ ਨੂੰ 2 ਕਿਰਪਾਨਾਂ ਜਿਹੜੀਆਂ ਨੇ ਉਹ ਪਹਿਨਾਈਆਂ ਨੇ, ਇੱਕ ਜਿਹੜੀ ਮੀਰੀ ਦੀ ਅਤੇ ਇੱਕ ਪੀਰੀ ਦੀ। ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਜਿੱਥੇ ਸਿੱਖ ਜਿਹੜਾ ਹੈ ਉਹ ਸੰਤ ਹੋਵੇ, ਉੱਥੇ ਸਿੱਖ ਸਿਪਾਹੀ ਵੀ ਹੋਵੇ। ਸਿਪਾਹੀ ਹੋਣਾ ਵੀ ਬੜਾ ਜ਼ਰੂਰੀ ਹੈ, ਕਿਉਂਕਿ ਸੰਤਾਂ ਨੂੰ ਤਾਂ ਕੋਈ ਜੀਣ ਨਹੀਂ ਦਿੰਦਾ ਦੁਨੀਆ ਦੇ ਵਿੱਚ। ਅਸੀਂ ਜਿਹੜਾ ਵੀ ਇਤਿਹਾਸ ਚੁੱਕ ਕੇ ਵੇਖ ਲਈਏ, ਜੋ ਕੁਝ ਸੰਤਾਂ ਦੇ ਨਾਲ ਹੋਇਆ ਹੈ ਉਹ ਇਤਿਹਾਸ ਭਰਿਆ ਪਿਆ ਹੈ। ਜਿਹੜੇ ਮਨਮੁਖ ਨੇ, ਜਿਹੜੇ ਪਰਮਾਤਮਾ ਤੋਂ ਮੁਨਕਰ ਨੇ, ਹੰਕਾਰ ਵਿੱਚ ਹੋ ਕੇ ਉਹਨਾਂ ਨੇ ਸੰਤਾਂ ਨੂੰ ਤਸੀਹੇ ਹੀ ਦਿੱਤੇ ਨੇ
शहीद ही किया है। सो सतगुरां दे मीरी पीरी ਦੀਆਂ 2 तलवारां धारण कीतियां ने ਅਤੇ ਗੁਰਤਾ ਗੱਦੀ ਤੇ बैठण तो बाद ही महाराज ने हुक्मनामे जारी कर दिते ने कि सानू माया की भेटा की बहुती लोड़ नहीं। जे सानू भेटा देनी है तो सानू सोहणियां जवानियां चाहिए ने, सानू सोहणे घोड़े चाहिए ने, सानू सोहणे शस्त्र चाहिए ने। तो संगतां ने हुम हुमा के सतगुरां दा उपदेश मन के सतगुरां ने भेटावां दित्तियां। सतगुरां ने अपनी फौज तैयार की, सेना तैयार की। धन गुरु हरगोबिंद साहब महाराज जी ने फिर जुल्म का मुकाबला करने वास्ते अपने जीवन काल दे विच 4 जंगां लड़ियां। इन्हां 4 युद्धां दे विच महाराज ने जित प्राप्त की, दुश्मन नूं हराया अते अपनियां संगतां दे विच, अपने सिखां दे विच एक जोश ते एक जज्बा पैदा किया कि तुसीं भावें थोड़े भी हो, पर जे तुसीं सच वास्ते लड़ रहे हो, एक अपने धर्म वास्ते लड़ रहे हो, तो फिर तुहानूं कोई हरा नहीं सकता। सतगुरां ने धन गुरु अर्जन देव महाराज जी का हुक्म मन के जिहड़ी अपनी फौज तैयार की सी, उस फौज के नाल दुश्मनां नूं हरा के सिक्खी का निशान जिहड़ा सी उहनूं उच्चा किया है। सतगुरां दे 5 सपुत्र सन, बाबा गुरदित्ता जी, बाबा अणी राय जी, बाबा अटल राय जी अते गुरु तेग बहादुर जी। सतगुरां ने ज्योति जोत समान तो पहला अपने जिहड़े पोतरे सन श्री गुरु हर राय साहब जी, जिहड़े कि बाबा गुरदित्ता जी के सपुत्र सन, उन्होंने गुरता गद्दी ते आसीन किया सीगा। सो सतगुरां दा जीवन जिहड़ा है साडे वास्ते चानन मुनारा है। सतगुरां ने अपने जीवन दे विच जो कालना काली है, जो उपदेश सानूं दिता है, जिसनों कि धन गुरु गोबिंद सिंह महाराज जी ने संपूर्ण किया। सतगुरां ने अमृत दी दात बख्श के सिੱਖੀ ਨੂੰ संपूर्ण किया, सिखां ਨੂੰ खालसा बनाया ਅਤੇ हमेशा वास्ते उस रूप दे दिता। सिख जिहड़ा है कदे भी जुल्म के सामने झुके ना। सिख जिहड़ा है उस जुल्म का डट के मुकाबला करे ਅਤੇ अपने धर्म की राखी वास्ते जे अपने जान की कुर्बानी भी देनी पवे तो पिछे ना हटे। सतगुरां ने खाली कहा ही नहीं, अपना सरबंस कुर्बान करके, आपा कुर्बान करके साढ़े सामने ये मिसाल पेश की है। सो असी भी सतगुरां दे दसे हुए राह ते तुरना है, जो सतगुरां ने साते बख्शिश की है, जो सतगुरां ने सानू विरसा दिता है, उस विरसे नूं संभाल के रखना है। गुरु के बख्शे हुए उपदेश नूं, गुरबाणी नूं अपने घर विच वसा के रखना, अपने हृदय विच वसा के रखना है। वो जीवन बनाउणा है जिस दे नाल कि साडा जन्म भी सवर सके अते साडे आने वाले जिहड़े बच्चे ने, साडी पनीरी है, वो भी सिੱਖੀ नूं संभाल के रख सके। हर घर दे विच सानू ये सुनेहा पहुँचाउणा चाहिए है। अपने घरां दे विच भी सानू सिੱਖੀ का मान जिहड़ा है वो कायम रखना चाहिए है। गुरुद्वारा साहब आके गुरचरणा भी जदों असीं मत्था टेकदे हाँ, उसका अर्थ यही हुंदा है, सतगुरु असीं तुहाडी मत जिहड़ी है वो स्वीकार कर लई है, अपनी मत तुहानूं दे रहे हाँ। सो सतगुरु की मत नूं लैके गुरमुख बणीए, गुरमत नूं धारण करिए, गुरुआं दे सच्चे सिख बणीए, तां ही ये साडी सतगुरां नूं सच्ची श्रद्धांजलि होएगी। सतगुरु बख्शिश करन, किरपा करन, सारियां दे सिरां ते मेहर भरिया हथ रखण, सारियां दे घरां विच सुख शांति दा वास करन, सारियां दे घरां विच गुरबाणी दा प्रकाश करन, हिरदियां विच गुरबाणी दा प्रकाश करन। बेअंत भुलां गलतियां दी खिमा जी। वाहिगुरू जी का खालसा, वाहिगुरू जी की